ਅੱਜ ਦਾ ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਇਹ ਵੀਡੀਓ ਲੈਸਨ 8ਵੀਂ ਕਲਾਸ ਦੇ ਸਟੂਡੈਂਟਸ ਲਈ ਹੈ। 8ਵੀਂ ਕਲਾਸ ਦੇ ਵਿੱਚ ਅਸੀਂ ਤੀਸਰਾ ਅਧਿਆਇ ਜਿਹੜਾ ਕਰ ਰਹੇ ਹਾਂ ਤਾਂ ਐਕਸਰਸਾਈਜ਼ 3.3 ਦੇ 4 ਕੁਐਸਚਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। 9ਵਾਂ 10ਵਾਂ 11ਵਾਂ ਤੇ 12ਵਾਂ। ਠੀਕ ਹੈ, 9th to 12th ਜਿਹੜੇ ਹੈਗੇ ਸਾਡੇ ਕੋਲ ਐਕਸਰਸਾਈਜ਼ 3.3 ਦੇ 4 ਕੁਐਸਚਨ ਇਸ ਵੀਡੀਓ ਦੇ ਵਿੱਚ ਆਪਾਂ ਹੱਲ ਕਰਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ 9th ਕੁਐਸਚਨ ਦੀ ਸਟੇਟਮੈਂਟ। ਸੋ 9ਵਾਂ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਦਿੱਤੇ ਗਏ ਚਿੱਤਰ ਵਿੱਚ RISK ਅਤੇ CLUE ਦੋਨੋਂ ਸਮਾਨਾਂਤਰ ਚਤੁਰਭੁਜ ਹਨ। x ਦਾ ਮੁੱਲ ਪਤਾ ਕਰੋ। ਠੀਕ ਹੈ, ਤਾਂ ਇਹ ਸਾਡੇ ਕੋਲ ਜਿਹੜੀ ਚਤੁਰਭੁਜ ਹੈ ਇਹਦੇ ਵਿੱਚ ਅਸੀਂ x ਦੀ ਜਿਹੜੀ ਕੀਮਤ ਹੈ ਉਹ ਪਤਾ ਕਰਨੀ ਹੈ। ਸਾਡੇ ਕੋਲ ਦੋ ਚਤੁਰਭੁਜਾਵਾਂ ਨੇ, ਇੱਕ RISK ਤੇ ਦੂਸਰੀ ਚਤੁਰਭੁਜ ਹੈ ਸਾਡੇ ਕੋਲ CLUE, ਰਿਸਕ ਤੇ ਕਲਿਊ ਨਾਮਕ ਦੋ ਇਹ ਦਿੱਤੀਆਂ ਹੋਈਆਂ ਨੇ। ਠੀਕ ਹੈ ਹਾਂਜੀ, ਤੇ ਇਸ ਡਾਇਗਰਾਮ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਦੋ ਜਿਹੜੀਆਂ ਸਮਾਨਾਂਤਰ ਚਤੁਰਭੁਜਾਵਾਂ ਨੇ। ਜਿਵੇਂ ਪਹਿਲੀ ਚਤੁਰਭੁਜਾ ਹੈ ਸਾਡੇ ਕੋਲ RISK। ਠੀਕ ਹੈ, ਇਹਦੇ ਵਿੱਚ ਇਹ ਵਾਲੀ ਭੁਜਾ ਜਿਹੜੀ ਹੈ ਉਹ ਇਸ ਭੁਜਾ ਦੇ ਸਮਾਨਾਂਤਰ ਹੋਏਗੀ। ਠੀਕ ਹੈ, ਔਰ ਇਹ ਜੋ ਭੁਜਾ ਹੈ ਉਹ ਇਸ ਭੁਜਾ ਦੇ ਸਮਾਨਾਂਤਰ ਹੋਏਗੀ। ਠੀਕ ਹੈ, ਅਗਰ ਸਿਰਫ ਅਸੀਂ ਇਸ ਚਤੁਰਭੁਜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਅਗਰ ਇਹ ਕੋਣ ਸਾਡੇ ਕੋਲ 120 ਡਿਗਰੀ ਦਾ ਹੈ ਤਾਂ ਇਹਦੇ ਸਾਹਮਣੇ ਵਾਲਾ ਕੋਣ ਇਹ ਵੀ ਸਾਡੇ ਕੋਲ ਕਿੰਨਾ ਹੋਏਗਾ, ਇਹ ਵੀ 120 ਡਿਗਰੀ ਦਾ ਹੋਏਗਾ। ਠੀਕ ਹੈ, ਔਰ ਸਮਾਨਾਂਤਰ ਚਤੁਰਭੁਜ ਦੇ ਵਿੱਚ ਲਾਗਵੇਂ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਕਿੰਨਾ ਹੁੰਦਾ, 180 ਡਿਗਰੀ। ਠੀਕ ਹੈ, ਤਾਂ ਅਗਰ K ਕੋਣ ਤੇ R ਕੋਣ ਦੋਨਾਂ ਨੂੰ ਜੋੜਿਆ ਜਾਵੇ ਤਾਂ ਇਹਨਾਂ ਦਾ ਜੋੜ ਸਾਡੇ ਕੋਲ 180 ਡਿਗਰੀ ਬਣੇਗਾ। ਉਸ ਜੋੜ ਤੋਂ ਸਾਡੇ ਕੋਲ ਇਸ ਕੋਣ ਦੀ ਕੀਮਤ ਜਿਹੜੀ ਆ ਜਾਏਗੀ। ਅਗਰ R ਕੋਣ ਦੀ ਕੀਮਤ ਆ ਜਾਂਦੀ ਹੈ ਤਾਂ R ਦੇ ਸਨਮੁਖ ਜਿਹੜਾ ਕੋਣ ਸਾਡੇ ਕੋਲ S ਹੈ ਉਹਦੀ ਅਸੀਂ ਕੀਮਤ ਪਤਾ ਕਰ ਸਕਦੇ ਹਾਂ। ਠੀਕ ਹੈ, ਇਸੇ ਢੰਗ ਦੇ ਨਾਲ ਦੂਸਰੀ ਜਿਹੜੀ ਦੂਸਰੀ ਚਤੁਰਭੁਜ ਹੈ ਸਾਡੇ ਕੋਲ CLUE, ਇਹਦੇ ਵਿੱਚ ਵੀ ਇਹ ਸਾਡੇ ਕੋਲ ਕੋਣ 70 ਡਿਗਰੀ ਹੈ। ਤਾਂ L ਦੇ ਸਨਮੁਖ ਜਿਹੜਾ ਕੋਣ ਹੈ ਸਾਡੇ ਕੋਲ E, ਉਹ ਵੀ 70 ਡਿਗਰੀ ਹੋਏਗਾ। ਠੀਕ ਹੈ, तो इस ढंग दे नाल अगर साडे कोल E ते S ये दोनों कोणां दीयां कीमतां सानूं पता चल जांदियां ने, तो इस त्रिभुज दे विच तिन्नां कोणां दा जोड़ साडे कोल 180 डिग्री होएगा। तो उत्थों साडे कोल x दी कीमत जिहड़ी आ आ जाएगी। ठीक है, तो आओ शुरू करते हैं आपां सवाल हल। ठीक है, तो ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਸਾਨੂੰ ਦੋ ਚਤੁਰਭੁਜਾਵਾਂ RISK ਤੇ CLUE ਦਿੱਤੀਆਂ ਗਈਆਂ ਨੇ। ਸਾਨੂੰ ਦੋ ਸਮਾਨਾਂਤਰ ਚਤੁਰਭੁਜਾਵਾਂ RISK ਅਤੇ CLUE ਦਿੱਤੀਆਂ ਗਈਆਂ ਹਨ। ठीक है, ਅਸੀਂ x ਦਾ ਜਿਹੜਾ ਮੁੱਲ ਹੈ ਉਹ ਪਤਾ ਕਰਨਾ ਹੈ ਇਹਦੇ ਵਿੱਚ। ਠੀਕ ਹੈ, तो सब तो पहला ਆਪਾਂ ਲਿਖਦੇ ਹਾਂ ਸਮਾਨਾਂਤਰ ਚਤੁਰਭੁਜ RISK ਵਿੱਚ ਪੈਰਲਲੋਗ੍ਰਾਮ RISK ਵਿੱਚ। ਹਾਂਜੀ, तो ਇਹਦੇ ਵਿੱਚ ਜਿਹੜਾ ਕੋਣ R ਹੈ ਸਾਡੇ ਕੋਲ ਤੇ ਕੋਣ K ਹੈ, ਇਹਨਾਂ ਦੋਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 ਡਿਗਰੀ ਬਣੇਗਾ। ਠੀਕ ਹੈ, कोण R प्लस कोण K इक्वल्स टू 180 डिग्री। और ਇਹਦਾ ਸਾਡੇ ਕੋਲ ਜਿਹੜਾ ਕਾਰਨ ਹੈ ਉਹ ਕੀ ਹੋਏਗਾ, ਲਾਗਵੇਂ ਕੋਣ। ਸਮਾਨਾਂਤਰ ਚਤੁਰਭੁਜ ਦੇ ਵਿੱਚ ਲਾਗਵੇਂ ਕੋਣਾਂ ਦਾ ਕੋਈ ਵੀ ਅਸੀਂ ਜੋੜਾ ਲੈ ਲਈਏ ਉਹਨਾਂ ਦਾ ਜੋੜ ਜਿਹੜਾ 180 ਡਿਗਰੀ ਹੁੰਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ K ਕੋਣ ਜਿਹੜਾ ਉਹ ਸਾਨੂੰ 120 ਡਿਗਰੀ ਦਿੱਤਾ ਗਿਆ ਹੈ। तो कोण R जमा 120 डिग्री बराबर 180 डिग्री। 120 ਅਸੀਂ ਮਾਈਨਸ ਕਰਾਂਗੇ ਦੂਸਰੀ ਸਾਈਡ 180 ਦੇ ਵਿੱਚੋਂ, तो ਇਹ ਸਾਡੇ ਕੋਲ 60 ਡਿਗਰੀ ਆ ਜਾਏਗਾ। ਠੀਕ ਹੈ, तो ਕੋਣ R ਹੈ ਜਿਹੜਾ ਇਹਦੀ ਕੀਮਤ ਸਾਡੇ ਕੋਲ ਬਣ ਜਾਂਦੀ ਹੈ 60 ਡਿਗਰੀ। ठीक है, सो कोण R ਦੀ ਕੀਮਤ ਸਾਡੇ ਕੋਲ ਜੇਕਰ 60 ਡਿਗਰੀ ਬਣ ਜਾਂਦੀ ਹੈ
तो आर ਦੇ ਸਨਮੁਖ ਸਾਡੇ ਕੋਲ ਕੋਣ ਜਿਹੜਾ ਹੈ ਉਹ ਕੋਣ ਐਸ ਹੈ, ਭਾਵ ਕੋਣ KSI, ਠੀਕ ਹੈ। तो ਅਸੀਂ ਲਿਖ ਸਕਦੇ ਹਾਂ ਹੁਣ ਕੋਣ KSI ਇਕੁਅਲਸ ਟੂ ਕੋਣ R, ठीक है। ये ਜਿਹੜਾ ਸਾਡੇ ਕੋਲ ਐਂਗਲ ਹੈ ਉਹ ਸਾਡੇ ਕੋਲ ਐਂਗਲ R ਦੇ ਇਕੁਅਲ ਹੈ। R ਦੀ ਵੈਲਿਊ ਜਿਹੜੀ ਹੈ ਉਹ ਸਾਡੇ ਕੋਲ 60 ਡਿਗਰੀ ਹੈ। ਅੱਛਾ, ਇਹ ਦੋਨੋਂ ਕੋਣ ਆਪਸ ਵਿੱਚ ਬਰਾਬਰ ਕਿਉਂ ਨੇ? ਆਪਾਂ ਲਿਖ ਸਕਦੇ ਹਾਂ ਪੈਰਲਲੋਗ੍ਰਾਮ ਦੇ ਜਾਂ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ। ठीक है, सन्मुख कोण। पर R ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਕਿੰਨੀ ਹੈ? पर कोण R बराबर 60 डिग्री, ठीक है। इसलिए कोण KSI ये भी साडे कोल कितना हो जाता है? ये भी 60 डिग्री हो जाएगा, ठीक है। तो ये जिहड़ा कोण है साडे कोल इहदी जिहड़ी कीमत है वो 60 डिग्री बनेगी, ठीक है। तो ये कोण 60 डिग्री है। इस तो बाद अगर असीं गल करिए समानांतर चतुर्भुज CLUE दे विच अगर ये साडे कोल कोण 70 डिग्री है तो ये ओपोजिट जिहड़ा कोण साडे कोल ये है UEC, इहदा माप भी साडे कोल 70 डिग्री होएगा। ये भी साडे कोल समानांतर चतुर्भुज दे सन्मुख कोण ने, इस करके दोनों का ही माप जिहड़ा 70 डिग्री होएगा, ठीक है। तो असीं इत्थे लिख देंगे हाँ जी, समानांतर चतुर्भुज CLUE विच हाँ जी कोण ये साडे कोल कोण E है, इहनूं असीं पूरा कोण अगर लिखिए तो UEC बनेगा। कोण UEC बराबर है कोण L दे, ठीक है। और L का जिहड़ा माप है वो साडे कोल 70 डिग्री है, इसलिए कोण UEC का माप भी कितना हो जाएगा? 70 डिग्री हो जाएगा, ठीक है। और ये दो कोण भी आपस दे विच क्यों बराबर सी? क्योंकि समानांतर चतुर्भुज दे सन्मुख कोण सन, ठीक है। सो ये कोण जिहड़ा है साडे कोल 60 डिग्री बन गया और ये कोण साडे कोल 70 डिग्री बन गया, ठीक है। तो इस त्रिभुज दे विच ये जिहड़ी त्रिभुज है, इस त्रिभुज दे तीन कोण जिहड़े वो साडे कोल एक x है, दूसरा 60 है ते तीसरा 70 है, ठीक है। तिन्ना कोणां दा जोड़ साडे कोल 180 डिग्री बनना चाहिए। तो x की कीमत सानूं उत्थों पता चल जाएगी, ठीक है। त्रिभुज दे तिन्ना कोणां दा जोड़ बराबर 180 डिग्री। त्रिभुज दे तिन्ना कोणां दा जोड़ बराबर 180 डिग्री। तो इस त्रिभुज दे आपां तीनों कोण लिख लांगे। एक साडे कोल x है, x जमा 60 डिग्री जमा 70 डिग्री बराबर 180 डिग्री, ठीक है। तो 60 ते 70 जिहड़े साडे कोल 130 डिग्री बन जांदे ने। 180 ਦੇ ਵਿੱਚੋਂ ਜੇਕਰ ਅਸੀਂ 130 ਮਾਈਨਸ ਕਰਾਂਗੇ ਤਾਂ ਸਾਡੇ ਕੋਲ x ਦੀ ਕੀਮਤ ਆ ਜਾਏਗੀ। तो x बराबर 180 डिग्री माइनस 130 डिग्री, तो x बराबर 50 डिग्री बन जाएगा, ठीक है बच्चों। तो इस ढंग दे नाल आपां इस त्रिभुज दे इस चित्र दे विच x दा जिहड़ा कोण है, x दा माप है वो पता कर सकते हैं, ठीक है। तो कोई चीज़ अगर नहीं पता लगी तो वीडियो नूं रिपीट करके देख सकते हो बहुत ईजीली। तुसीं अगर तुहानूं सारे जिहड़े फीचर्स ने, जिहड़े गुण ने समानांतर चतुर्भुज दे पता ने, तो बड़ी आसानी दे नाल इस सवाल नूं हल कीता जा सकता है, ठीक। इस तो बाद अगला सवाल देखते हैं असीं। अगला सवाल साडे कोल है, एक दसो कि किस तरह ये चित्र एक समलंब है, इसकी किहड़ियां दो भुजावां समानांतर हैं, ठीक है। तो सब तो पहला आपां गल करते हैं समलंब चतुर्भुज हुंदा की है, ठीक है। समलंब चतुर्भुज के बारे पहला असीं जानते हैं, फिर उस तो बाद इस सवाल नूं हल करांगे, ठीक है। मान लो मेरे कोल एक चतुर्भुज है, ठीक है। इस चतुर्भुज दे विच इहदा नाम असीं रख लैने ABCD, ठीक है। ये दो भुजावां इहदियां समानांतर भुजावां होण और दूसरा जिहड़ा जोड़ा है भुजावां दा वो आपस दे विच समानांतर ना होवे, इहो जिहे चतुर्भुज नूं असीं समलंब चतुर्भुज कहने आ,
ਸਮਲੰਬ ਚਤੁਰਭੁਜ। ਠੀਕ ਹੈ, ਜਿਹਦੇ ਵਿੱਚ ਇੱਕ ਜੋੜਾ ਭੁਜਾਵਾਂ ਦਾ ਸਮਾਨਾਂਤਰ ਹੋਵੇ ਆਮੋ ਸਾਹਮਣੇ ਵਾਲਾ ਤੇ ਦੂਸਰਾ ਜੋੜਾ ਸਮਾਨਾਂਤਰ ਨਾ ਹੋਵੇ, ਤੋ ਇਹਨੂੰ ਅਸੀਂ ਸਮਲੰਬ ਚਤੁਰਭੁਜ ਕਹਿੰਦੇ ਆ। ਸਮਲੰਬ ਚਤੁਰਭੁਜ ਦੇ ਵਿੱਚ ਹੁਣ ਜੇਕਰ ਇਹ ਦੋ ਭੁਜਾਵਾਂ ਸਮਾਨਾਂਤਰ ਨੇ, ਤੋ ਇਹ ਜਿਹੜੇ ਕੋਣ ਹੈ ਸਾਡੇ ਕੋਲ, ਇਹ ਦੋਨੋਂ ਕੋਣ ਦੋ ਸਮਾਨਾਂਤਰ ਭੁਜਾਵਾਂ ਦੇ ਵਿੱਚ ਇਹ ਸਾਡੇ ਕੋਲ ਏਡੀ 61ਵੀਂ ਰੇਖਾ ਬਣ ਜਾਏਗੀ ਤੇ ਇਹ ਇੱਕੋ ਪਾਸੇ ਦੇ ਅੰਦਰਲੇ ਕੋਣ ਬਣ ਜਾਂਦੇ ਨੇ। ਠੀਕ ਹੈ, ਤੋ ਇਹਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 ਡਿਗਰੀ ਬਣ ਜਾਂਦਾ ਹੈ। ਕੋਣ A ਜਮਾ ਕੋਣ D ਬਰਾਬਰ 180 ਡਿਗਰੀ। ਇਸੇ ਢੰਗ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਕੋਣ B ਤੇ ਕੋਣ C ਦਾ ਜਿਹੜਾ ਜੋੜ ਹੈ ਉਹ ਵੀ ਹਮੇਸ਼ਾ ਸਾਡੇ ਕੋਲ 180 ਡਿਗਰੀ ਰਹਿੰਦਾ ਹੈ। ਇਹ ਸਮਲੰਬ ਚਤੁਰਭੁਜ ਦੀ ਨਿਸ਼ਾਨੀ ਹੈ। ਠੀਕ ਹੈ, ਕਿ ਇਹਦੇ 'ਚ ਇੱਕ ਜੋੜਾ ਸਮਾਨਾਂਤਰ ਹੋਏਗਾ। ਜੇ ਸਮਾਨਾਂਤਰ ਹੋਏਗਾ ਤਾਂ ਇਹ ਸਮਾਨਾਂਤਰ ਭੁਜਾਵਾਂ ਦੇ ਨਾਲ ਅਗਰ ਇਹ 61ਵੀਂ ਰੇਖਾ ਅਸੀਂ ਮੰਨੀਏ ਜਾਂ ਇਸ ਨੂੰ BC ਨੂੰ 61ਵੀਂ ਰੇਖਾ ਮੰਨੀਏ, ਟਰਾਂਸਵਰਸਲ ਲਾਈਨ, ਤਾਂ ਸਾਡੇ ਕੋਲ ਇਹ ਜਿਹੜੇ ਇੱਕੋ ਪਾਸੇ ਦੇ ਅੰਦਰਲੇ ਕੋਣ ਹੁੰਦੇ ਆ ਇਹਨਾਂ ਦਾ ਜੋੜ 180 ਡਿਗਰੀ ਬਣਦਾ ਹੈ। ਠੀਕ ਹੈ, ਇਹ ਸਾਡੇ ਕੋਲ ਸੰਪੂਰਕ ਕੋਣ ਹੁੰਦੇ ਆ। ਸੋ ਅਗਰ ਤੇ ਕਿਸੇ ਚਤੁਰਭੁਜ ਦੇ ਵਿੱਚ ਦੋ ਭੁਜਾਵਾਂ ਸਾਨੂੰ ਸਮਾਨਾਂਤਰ ਦਿੱਤੀਆਂ ਹੋਈਆਂ ਨੇ, ਫਿਰ ਵੀ ਅਸੀਂ ਉਹਨੂੰ ਸਮਲੰਬ ਚਤੁਰਭੁਜ ਕਹਿ ਸਕਦੇ ਹਾਂ। ਜਾਂ ਲਾਗਵੇਂ ਦੋ ਕੋਣਾਂ ਦਾ ਜੋੜਾ ਜਿਹੜਾ ਹੈ ਸਾਡੇ ਕੋਲ, ਉਹਨਾਂ ਦਾ ਜੋੜ 180 ਡਿਗਰੀ ਬੰਦਾ ਹੋਵੇ, ਲਾਗਵੇਂ ਦੋ ਕੋਣਾਂ ਦਾ, ਤਾਂ ਫਿਰ ਵੀ ਸਾਡੇ ਕੋਲ ਜਿਹੜਾ ਉਹ ਚਤੁਰਭੁਜ ਹੈ ਉਹ ਸਮਲੰਬ ਚਤੁਰਭੁਜ ਬਣ ਜਾਂਦਾ ਹੈ। ਠੀਕ ਹੈ, ਤਾਂ ਆਓ ਦੇਖਦੇ ਆਪਾਂ ਸਵਾਲ ਦੇ ਵਿੱਚ ਸਾਨੂੰ ਜੋ ਦਿੱਤਾ ਹੋਇਆ। ਇਸ ਸਵਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ KLMN ਸਾਡੇ ਕੋਲ ਇਹ ਚਤੁਰਭੁਜ ਹੈ। ਇਹਦੇ ਵਿੱਚ ਦੋ ਕੋਣ ਸਾਨੂੰ ਦਿੱਤੇ ਹੋਏ ਨੇ, ਲਾਗਵੇਂ ਕੋਣਾਂ ਦਾ ਇੱਕ ਜੋੜਾ ਦਿੱਤਾ ਹੋਇਆ ਹੈ। ਇਹਨਾਂ ਦੋਨੋਂ ਕੋਣਾਂ ਦਾ ਜਿਹੜਾ ਜੋੜ ਹੈ ਸਾਡੇ ਕੋਲ ਉਹ 180 ਡਿਗਰੀ ਬਣਦਾ ਹੈ। ਤਾਂ ਇਹਨੂੰ ਅਸੀਂ ਕਿਵੇਂ ਲਿਖਣਾ ਹੈ? ਹਲ ਚਤੁਰਭੁਜ KLMN ਵਿੱਚ ਚਤੁਰਭੁਜ KLMN ਵਿੱਚ ਹਾਂਜੀ ਕੋਣ L ਬਰਾਬਰ ਹੈ 80 ਡਿਗਰੀ, ਕੋਣ M ਬਰਾਬਰ ਹੈ 100 डिग्री। ठीक है, और दोनों का अगर असी जोड़ देखिए तो जोड़ साढ़े कोल बनता है 80 डिग्री जमा 100 डिग्री बराबर 180 डिग्री। ठीक है, तो चतुर्भुज के जे लागवें कोणों का एक जोड़ा जिहड़ा साढ़े कोल उन्हां दा संपूरक कोण बनते होण, लागवें कोणों का एक जोड़ा संपूरक कोणों का जोड़ा होवे। ठीक है, इन्हां दोनों का जोड़ 180 डिग्री बनता है, तो साढ़े कोल ये जिहड़ियां दोनों भुजावां ने ये समानांतर हो जांदियां ने। ठीक है, जे समानांतर हो जांदियां ने इहदा मतलब ये साढ़े कोल एक समलंब चतुर्भुज है। ठीक है, इस तो सानू पता चलता है कि भुजा KL समानांतर है NM दे, इसलिए KLMN एक समलंब चतुर्भुज है। ठीक है, एक समलंब चतुर्भुज है। ਆਪਾਂ ਕਿਉਂਕਿ ਪਹਿਲਾਂ ਛੋਟੀਆਂ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹਾਂ, ਅਗਰ ਸਾਡੇ ਕੋਲ ਜਿਹੜੀਆਂ ਸਮਾਨਾਂਤਰ ਰੇਖਾਵਾਂ ਹੋਣ ਔਰ ਸਮਾਨਾਂਤਰ ਰੇਖਾਵਾਂ ਦੋ ਨੇ ਸਾਡੇ ਕੋਲ ਤੇ ਇੱਕ ਸਾਡੇ ਕੋਲ 61ਵੀਂ ਰੇਖਾ ਹੋਏ, तो ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਹਮੇਸ਼ਾ 180 ਡਿਗਰੀ ਬਣਦਾ ਹੈ। ਠੀਕ ਹੈ, ਜਾਂ ਅਗਰ ਇਹਨਾਂ ਦਾ ਜੋੜ 180 ਡਿਗਰੀ ਹੋਵੇ, ਇਹਦਾ ਮਤਲਬ ਇਹ ਸਾਡੇ ਕੋਲ ਦੋਨੋਂ ਭੁਜਾਵਾਂ ਜਿਹੜੀਆਂ ਸਮਾਨਾਂਤਰ ਹੋ ਜਾਂਦੀਆਂ ਨੇ। ਜੇ ਭੁਜਾਵਾਂ ਸਮਾਨਾਂਤਰ ਹੈ ਤੇ ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਹੋ ਜਾਂਦਾ ਹੈ। तो NM ਤੇ KL ਸਾਡੇ ਕੋਲ ਦੋ ਰੇਖਾਵਾਂ ਸੀ, ML ਸਾਡੇ ਕੋਲ 61ਵੀਂ ਰੇਖਾ ਸੀ, ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਬਣ ਗਿਆ। ਇਹਦਾ ਮਤਲਬ ਇਹ ਦੋਨੋਂ ਭੁਜਾਵਾਂ ਸਮਾਨਾਂਤਰ ਹੋਣਗੀਆਂ ਤੇ ਇਹ ਸਾਡੇ ਕੋਲ ਦਿੱਤਾ ਹੋਇਆ ਚਤੁਰਭੁਜ ਸਮਲੰਬ ਚਤੁਰਭੁਜ ਹੋਵੇਗਾ। ਠੀਕ ਹੈ, इस तो बाद चौथा सवाल साडे कोल है चित्र 3.33 विच मेजर ऑफ एंगल C, मतलब एंगल C का जिहड़ा माप है वो असी पता करना है। ठीक, जेकर AB समानांतर DC होए, AB ते DC जिहड़े दोनों भुजावां समानांतर हैं। ठीक है, तो AB ते DC समानांतर रेखावां हो गई, CB साडे कोल 61ਵੀਂ रेखा होगी, इसलिए एक पासे दे अंदरले कोणां दा जोड़ कितना होएगा 180 डिग्री। तो इहदे च आपां लिख देंगे चतुर्भुज ABCD विच AB समानांतर DC है अते कोण B बराबर 120 डिग्री है। ठीक है, तो असी C का जिहड़ा माप है वो पता करना है। तो इत्थे असी लिख दांगे
ए बी समानांतर डीसी है, सी बी काटवीं रेखा है, सी बी काटवीं रेखा है, इसलिए कोण बी जमा कोण सी बराबर 180 डिग्री होना चाहिए। ठीक है, तो बी की कीमत सानू पता है 120 डिग्री, ये सी फिल कर देंगे थे। तो कोण सी की कीमत पता करांगे, साडे कोल 180 डिग्री माइनस 120 डिग्री होएगा। ठीक है, तो कोण सी बराबर हो जाएगा 60 डिग्री। ठीक है विद्यार्थी, तो इस ढंग दे नाल आपां कोण सी जिहड़ा पता कर सकते हैं, जी कीमत साडे कोल 60 डिग्री बन जाती है। ठीक है, सो ये साडे कोल इस क्वेश्चन का आंसर जिहड़ा बन जाता है। इस तो बाद नेक्स्ट सवाल देखते हैं आपां। सो अगला सवाल साडे कोल है चित्र 3.34 विच कोण P ਅਤੇ कोण S ਦਾ ਮਾਪ ਪਤਾ ਕਰੋ ਜੇਕਰ SP ਸਮਾਨਾਂਤਰ RQ है। ठीक है, SP ਜਿਹੜੀ ਭੁਜਾ है RQ ਦੇ ਸਮਾਨਾਂਤਰ है, ਦਾ मतलब ਇਹ ਵੀ ਸਾਡੇ ਕੋਲ ਸਮਲੰਬ ਚਤੁਰਭੁਜ ਹੋਏਗਾ। ठीक है, ਤੇ ਇਹਦੇ ਚ S ਦਾ ਜਿਹੜਾ ਦੇਖੋ, अगर ये दोनों ਸਾਡੇ ਕੋਲ ਸਮਾਨਾਂਤਰ ਨੇ ਤਾਂ ਇਹ ਕੋਣ ਸਾਨੂੰ ਦਿੱਤਾ ਹੋਇਆ 90 डिग्री ਦਾ। ठीक है, ਜਿਹੜਾ ਵਰਗ ਇਸ ਢੰਗ ਦੇ ਨਾਲ ਬਣਿਆ ਹੋਵੇ ਕੋਣ ਤੇ ਉਹ ਸਾਡੇ ਕੋਲ 90 डिग्री ਹੁੰਦਾ है। तो ਇਹਨਾਂ ਦੋਨਾਂ ਦਾ ਜੋੜ ਭਾਵ ਕੋਣ R ਤੇ S ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 डिग्री ਹੋਏਗਾ। ਇਸੇ ਤਰ੍ਹਾਂ ਕੋਣ P ਤੇ ਕੋਣ Q ਦਾ ਜੋੜ ਵੀ ਸਾਡੇ ਕੋਲ 180 डिग्री ਹੋਏਗਾ। ठीक है, तो ਆਪਾਂ ਲਿਖਦੇ ਹਾਂ ਇਹਦੇ ਵਿੱਚ ਹਲ PQRS ਚਤੁਰਭੁਜ ਵਿੱਚ ਜਾਂ ਚਤੁਰਭੁਜ PQRS विच SP समानांतर RQ है, SP समानांतर RQ है। ठीक है, इसलिए कोण S जमा कोण R ये साडे कोल बनेगा 180 डिग्री। ते कोण R की कीमत सानू पता है, कोण R साडे कोल 90 डिग्री है, तो कोण S भी जड़ा साडे कोल ए भी 90 डिग्री बन जाएगा। ठीक है, 90 ਨੂੰ ਜਦੋਂ ਅਸੀਂ ਦੂਜੇ ਪਾਸੇ ਲੈ ਕੇ ਮਾਈਨਸ ਕਰਾਂਗੇ 180 ਦੇ ਵਿੱਚੋਂ, तो S ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬਣ ਜਾਏਗੀ ਕੋਣ S = 180 डिग्री माइनस 90 डिग्री। ठीक है, ਤਾਂ ਇਹਦੇ ਚ ਇੱਕ ਚੀਜ਼ ਹੋਰ ਲਿਖੀ ਹੋਈ ਹੈ, ਜੇਕਰ ਤੁਸੀਂ R ਪਤਾ ਕਰ ਸਕਦੇ ਹੋ ਤਾਂ ਕੀ ਕੋਣ P ਨੂੰ ਪਤਾ ਕਰਨ ਦੇ ਲਈ ਇੱਕ ਤੋਂ ਇੱਕ ਨਾਲੋਂ ਜ਼ਿਆਦਾ ਢੰਗ ਹਨ। तो R ਤੇ ਸਾਨੂੰ ਪਤਾ ਹੀ ਸੀ 90 ਹੈ, S ਵੀ ਸਾਡੇ ਕੋਲ 90 ਆ ਗਿਆ। ਹੁਣ ਸਾਡੇ ਕੋਲ P ਕੋਣ ਪਤਾ ਕਰਨ ਦੇ ਵਾਕਈ ਦੋ ਢੰਗ ਨੇ। ਇੱਕ ਤਾਂ ਅਸੀਂ ਇਹ ਕਰ ਸਕਦੇ ਹਾਂ ਕਿ ਕੋਣ P ਜਮਾ Q ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 डिग्री ਹੋਏਗਾ, ਕਿਉਂਕਿ ਇਹ ਦੋਨੋਂ ਸਮਾਨਾਂਤਰ ਭੁਜਾਵਾਂ ਨੇ ਸਾਡੇ ਕੋਲ। ਠੀਕ ਹੈ, तो ਉਥੋਂ ਸਾਡੇ ਕੋਲ P ਦਾ ਮਾਪ ਜਿਹੜਾ ਪਤਾ ਚੱਲ ਸਕਦਾ ਹੈ। ਦੂਸਰਾ ਸਾਡੇ ਕੋਲ ਤਰੀਕਾ ਕੀ ਹੈ, ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਜਿਹੜਾ ਉਹ 360 डिग्री ਹੁੰਦਾ ਹੈ। ਕਿਸੇ ਵੀ ਚਤੁਰਭੁਜ ਦੇ ਕੁਆਡਰੀਲੇਟਰਲ ਦੇ 4 एंगल्स ਦਾ ਜਿਹੜਾ ਸਮ ਹੈ ਚਾਰੋਂ ਕੋਣਾਂ ਦਾ ਜੋੜ ਹਮੇਸ਼ਾ 360 डिग्री ਹੁੰਦਾ ਹੈ। ਤਾਂ ਉੱਥੋਂ ਵੀ ਅਸੀਂ P ਦਾ ਜਿਹੜਾ ਮਾਪ ਉਹ ਪਤਾ ਕਰ ਸਕਦੇ ਹਾਂ। ਤਾਂ ਦੋਨੋਂ ਢੰਗ ਦੇ ਨਾਲ ਤੁਸੀਂ ਕਰ ਸਕਦੇ ਹੋ ਸਵਾਲ ਨੂੰ। ਠੀਕ ਹੈ, तो पहला ढंग ਅਸੀਂ इधर ਵਰਤ ਲਿਆ ਕਿ ਲਾਗਵੇਂ ਕੋਣਾਂ ਦਾ ਜੋੜ ਜਿਹੜਾ ਸਾਡੇ ਕੋਲ 180 डिग्री ਹੋ ਗਿਆ, ਜਾਂ ਕਹ ਲਓ ਕਿ ਦੋਨੋਂ ਸਾਡੇ ਕੋਲ ਸਮਾਨਾਂਤਰ ਰੇਖਾਵਾਂ ਸੀਗੀਆਂ, ਇਸ ਲਈ ਸਾਡੇ ਕੋਲ ਇੱਕੋ ਪਾਸੇ ਦੇ ਜਿਹੜੇ ਅੰਦਰਲੇ ਕੋਣ ਹੈ ਉਹਨਾਂ ਦਾ ਜੋੜ 180 डिग्री ਸੀਗਾ। ਤੇ ਹੁਣ ਅਸੀਂ ਚਤੁਰਭੁਜ ਦੇ ਚਾਰਾਂ ਕੋਣਾਂ ਦੇ ਜੋੜ ਦਾ ਜੋੜ ਜਿਹੜਾ 360 डिग्री ਹੁੰਦਾ ਹੈ, ਪ੍ਰੋਪਰਟੀ ਯੂਜ਼ ਕਰ ਲੈਂਦੇ ਆ, ਉੱਥੋਂ ਸਾਡੇ ਕੋਲ P ਦੀ ਵੈਲਿਊ ਜਿਹੜੀ ਹੈ ਉਹ ਆ ਜਾਏਗੀ। ਠੀਕ ਹੈ, ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਬਰਾਬਰ चतुर्भुज ਦੇ ਚਾਰਾਂ ਕੋਣਾਂ ਦਾ ਜੋੜ ਬਰਾਬਰ 360 डिग्री। ठीक है, तो 360 ਇੱਥੇ ਅਸੀਂ ਲਿਖ ਦਾਂਗੇ ਕੋਣ P ਜਮਾ ਕੋਣ Q ਜਮਾ ਕੋਣ R जमा कोण S बराबर 360 डिग्री। ठीक है, तो Q कोण साडे कोल 130 डिग्री है, 90 है और S भी साडे कोल 90 डिग्री है। तो इन्हां दी कीमतां ਅਸੀਂ भर देंगे। कोण P जमा 130 डिग्री जमा 90 डिग्री जमा 90 डिग्री बराबर 360 डिग्री। ठीक है, तो कोण P प्लस एंगल P प्लस
90 ਤੇ 90 180 ਤੇ 30 210 310 डिग्री ਜਿਹੜਾ ਇਹ ਸਾਡੇ ਕੋਲ ਬਣ ਜਾਂਦਾ ਹੈ ਠੀਕ। तो 310 डिग्री इधर ਸਾਡੇ ਕੋਲ 360 डिग्री है तो एंगल P ਦੀ ਵੈਲਿਊ ਅਸੀਂ ਬੜੀ ਆਸਾਨੀ ਦੇ ਨਾਲ ਇਥੋਂ ਪਤਾ ਕਰ ਸਕਦੇ ਹਾਂ। 360 310 डिग्री हो जाएगा 360 डिग्री ਚੋਂ 310 ਅਗਰ ਘਟਾਵਾਂਗੇ ਤਾਂ 50 डिग्री ਸਾਡੇ ਕੋਲ ਉੱਤਰ ਜਿਹੜਾ ਬਣਦਾ ठीक है। सो इस तरह ਸਾਡੇ ਕੋਲ ਕੋਣ P ਦੀ ਕੀਮਤ ਵੀ ਆ ਗਈ ਸਾਡੇ ਕੋਲ ਤੇ ਕੋਣ S ਦੀ ਕੀਮਤ ਵੀ ਆ ਗਈ ਹੈ ठीक है। तो दूसरे ढंग ਦੇ ਨਾਲ ਜੇਕਰ ਪਤਾ ਕਰਨਾ ਹੋਵੇ ਤਾਂ ਕੋਣ P ਜਮਾ ਕੋਣ S ਜਿਹੜਾ ਹੈ ਉਸ ਕੋਣ P ਤੇ ਕੋਣ Q ਜਿਹੜਾ ਹੈ ਉਹ ਸਾਡੇ ਕੋਲ ਬਣੇਗਾ 180 डिग्री। तो कोण P ਦੀ ਕੀਮਤ ਅਸੀਂ ਪਤਾ ਕਰਨੀ ਹੈ ਕੋਣ Q ਸਾਡੇ ਕੋਲ 130 डिग्री है। तो 180 ਦੇ ਵਿੱਚੋਂ ਜੇਕਰ ਅਸੀਂ 30 डिग्री ਮਾਈਨਸ ਕਰਾਂਗੇ 130 डिग्री तो ये ਸਾਡੇ ਕੋਲ ਇਸ ਢੰਗ ਦੇ ਨਾਲ ਵੀ ਕੋਣ 50 डिग्री ही बनेगा ठीक है स्टूडेंट्स। तो ਇਹਦੇ ਨਾਲ ਸਾਡੇ ਕੋਲ ਐਕਸਰਸਾਈਜ਼ 3.3 ਜਿਹੜੀ ਉਹ ਖਤਮ ਹੁੰਦੀ ਹੈ ਤੇ ਹਰ ਕੁਐਸਚਨ ਇਹਦਾ ਅਸੀਂ ਡਿਸਕਸ ਕੀਤਾ ਹੈ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ। तो लास्ट तक वीडियो देखने ਲਈ बहुत धन्यवाद। कोई भी डाउट होए तो वीडियो ਨੂੰ ਰਿਪੀਟ ਕਰਕੇ ਦੇਖ ਸਕਦੇ ਹੋ ਜਾਂ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਵਿੱਚ ਫਿਰ ਅਗਲੇ ਟੌਪਿਕ ਦੇ ਨਾਲ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।